ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਬੱਚਿਆਂ ਨੂੰ ਜਾਂ ਕੰਸਲਟੈਂਟ ਨੂੰ ਇੱਕ ਮੂਰੇ ਫਾਰਮੈਟ ਬਣਾ ਕੇ ਦੇ ਦਿੱਤਾ ਕਿ ਜੀਟੀ ਨੂੰ ਕਲੀਅਰ ਕਰਨ ਲਈ ਕਿੰਨਾ ਗੱਲਾਂ ਦਾ ਖਿਆਲ ਰੱਖਣਾ। ਐਸਓਪੀ 8-10 ਪੇਜਾਂ ਦੀ ਬਣਾਉਣ ਦੀ ਕੋਈ ਲੋੜ ਨਹੀਂ। ਆਪਦੇ ਬਾਰੇ ਦੱਸੋ, ਆਪਦੀ ਇੰਡੀਆ 'ਚ ਪੜ੍ਹੀ ਹੋਈ ਕੁਆਲੀਫਿਕੇਸ਼ਨ ਬਾਰੇ ਦੱਸੋ, ਤੁਸੀਂ ਜਿਹੜਾ ਆਸਟ੍ਰੇਲੀਆ 'ਚ ਕੋਰਸ ਲੈ ਕੇ ਚੱਲੇ ਹੋ ਉਹਦੇ ਬਾਰੇ, ਇਕੱਲੇ ਕੋਰਸ ਬਾਰੇ ਨਹੀਂ, ਕੋਰਸ ਦੀ ਰਿਸਰਚ, ਉਹਦੇ ਕੰਟੈਂਟਸ ਬਾਰੇ ਦੱਸੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ RS ਗਲੋਬਲ ਇਮੀਗ੍ਰੇਸ਼ਨ ਦੇ YouTube ਚੈਨਲ ਦੇ ਮਾਧਿਅਮ ਰਾਹੀਂ ਅੱਜ ਆਸਟ੍ਰੇਲੀਆ ਦੇ ਜੋ ਨਵੇਂ ਬਦਲਾਵ GET ਨੂੰ ਲੈ ਕੇ ਕਲੀਅਰ ਕੀਤੇ ਨੇ ਆਸਟ੍ਰੇਲੀਆ ਹਾਈ ਕਮਿਸ਼ਨ ਨੇ, ਉਹਦੇ ਬਾਰੇ ਵੀਡੀਓ ਬਣਾਉਣ ਜਾ ਰਹੇ ਹਾਂ। ਉਮੀਦ ਕਰਦਾ ਵੀਡੀਓ ਪਸੰਦ ਆਏਗੀ। ਔਰ ਹਮੇਸ਼ਾ ਸਾਡੀ ਕੋਸ਼ਿਸ਼ ਰਹਿੰਦੀ ਹੈ UK ਬਾਰੇ, ਕੈਨੇਡਾ ਬਾਰੇ, ਆਸਟ੍ਰੇਲੀਆ ਬਾਰੇ ਜਾਂ ਅਲੱਗ-ਅਲੱਗ ਮੁਲਕਾਂ ਬਾਰੇ, ਸਟੂਡੈਂਟ ਵੀਜ਼ੇ ਬਾਰੇ ਲੋਕਾਂ ਦੀ ਮਦਦ ਕੀਤੀ ਜਾ ਸਕੇ, ਘਰੇ ਬੈਠੇ ਮੋਬਾਈਲ ਫੋਨ ਦੇ ਜ਼ਰੀਏ, YouTube ਦੇ ਜ਼ਰੀਏ ਸਿਆਣਾ ਕੀਤਾ ਜਾ ਸਕੇ ਤਾਂ ਕਿ ਆਪਣੇ ਭਵਿੱਖ ਸੰਬੰਧੀ ਤੁਸੀਂ ਸਹੀ ਫੈਸਲੇ ਲੈਣ ਦੇ ਕਾਬਿਲ ਬਣ ਸਕੋ। ਉਮੀਦ ਕਰਦਾ ਵੀਡੀਓ ਪਸੰਦ ਆਏਗੀ ਕਿਉਂਕਿ ਆਸਟ੍ਰੇਲੀਆ ਨੇ ਕਾਫੀ ਕੁਝ ਕਲੀਅਰ ਕੀਤਾ ਆਪਣੇ GET ਪ੍ਰੋਸੈਸ ਨੂੰ ਲੈ ਕੇ। ਥੋੜੀ ਵੀਡੀਓ ਜਿੱਥੇ 5-7 ਮਿੰਟ ਦੀ ਹੁੰਦੀ ਹੈ, ਮੇਬੀ ਸ਼ਾਇਦ 8-10 ਮਿੰਟ ਦੀ ਹੋ ਜਾਏ, ਸੋ ਵੀਡੀਓ ਐਂਡ ਤੱਕ ਵੇਖਿਓ। ਇਹ 10 ਮਿੰਟ ਅਗਰ ਵੀਡੀਓ ਦੇਖਦੇ ਹੋ ਤਾਂ ਆਸਟ੍ਰੇਲੀਆ ਰਿਫਿਊਜ਼ਲ ਤੋਂ ਬਚਾਇਆ ਜਾ ਸਕਦਾ, ਆਪਣੇ ਆਪ ਨੂੰ ਪੈਸੇ ਦੇ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਆਪਣੇ ਨੂੰ। ਜਿਹੜੇ ਜ਼ਿਆਦਾਤਰ ਬੱਚੇ ਕਮੈਂਟਸ ਕਰਦੇ ਨੇ ਨਾ, ਸਾਡਾ GET ਨੂੰ 3 ਮਹੀਨੇ ਹੋ ਗਏ ਹਾਲੇ ਤੱਕ ਕਲੀਅਰ ਨਹੀਂ ਹੋਈ, ਉਹ ਸਮੇਂ ਦੀ ਬਰਬਾਦੀ ਨੂੰ ਬਚਾਇਆ ਜਾ ਸਕਦਾ ਇਹ ਵੀਡੀਓ ਦੇਖ ਕੇ। ਸੋ ਮੇਰੀ ਗੁਜ਼ਾਰਿਸ਼ ਹੈ ਸਾਰਿਆਂ ਨੂੰ ਵੀਡੀਓ ਐਂਡ ਤੱਕ ਵੇਖਿਓ, ਚੰਗੀ ਲੱਗੇ ਤਾਂ ਅੱਗੇ ਦੋਸਤਾਂ ਭੈਣਾਂ ਭਰਾਵਾਂ ਤੱਕ ਸ਼ੇਅਰ ਕਰਿਓ ਔਰ ਫੀਡਬੈਕ ਦੇ ਰੂਪ 'ਚ, ਜਿਹੜੇ ਸਾਨੂੰ ਕਮੈਂਟ ਰੂਪ 'ਚ ਫੀਡਬੈਕ ਜ਼ਰੂਰ ਆਪਣਾ ਭੇਜੋ ਤਾਂ ਕਿ ਅਸੀਂ ਅਗਲੀ ਵੀਡੀਓ ਨੂੰ ਹੋਰ ਵਧੀਆ ਤਰੀਕੇ ਤੁਹਾਡੇ ਮੂਹਰੇ ਪੇਸ਼ ਕਰ ਸਕੀਏ। ਸੋ ਸ਼ੁਰੂਆਤ ਕਰਦੇ ਜੀ। 2-3 ਦਿਨ ਪਹਿਲਾਂ ਆਸਟ੍ਰੇਲੀਆ ਹਾਈ ਕਮਿਸ਼ਨ ਨੇ ਆਪਣੀ ਵੈਬਸਾਈਟ 'ਤੇ GET ਦਾ ਕ੍ਰਾਈਟੀਰੀਆ ਅਪਡੇਟ ਕੀਤਾ। ਮੈਂ ਥੋੜ੍ਹਾ ਜਿਹਾ ਪਿੱਛੇ ਝਾਤ ਮਾਰ ਦੇਵਾਂ, ਜਿਨ੍ਹਾਂ ਨੂੰ ਨਹੀਂ ਪਤਾ, ਜਿਹੜੇ ਬੱਚੇ ਆਸਟ੍ਰੇਲੀਆ ਪੜ੍ਹਨ ਜਾਣਾ ਚਾਹੁੰਦੇ ਨੇ, ਡਿਗਰੀ ਕਰਨ, ਡਿਪਲੋਮਾ ਕਰਨ, ਬੈਚਲਰ ਕਰਨ, ਮਾਸਟਰ ਕਰਨ, ਆਸਟ੍ਰੇਲੀਆ ਦੇ ਵਿੱਚ ਇੱਕ ਟਰਮ ਹੈ GTE, ਜੈਨੂਅਨ ਟੈਂਪਰੇਰੀ ਐਂਟਰੈਂਟ। ਇਹ ਮੰਨ ਕੇ ਚਲੋ ਵੀ ਵੀਜ਼ਾ ਲੈਣ ਦਾ ਮੇਨ ਆਧਾਰ ਜਾਂ ਇੱਕ ਮੇਨ ਫਾਊਂਡੇਸ਼ਨ ਇਹੀ ਹੈ। ਇਸ ਤੋਂ ਬਿਨਾਂ ਵੀਜ਼ਾ ਲੈਣਾ ਨੈਕਸਟ ਟੂ ਇੰਪੋਸੀਬਲ ਹੈ। ਸੋ GT ਦੇ ਵਿੱਚ ਬਹੁਤ ਸਾਰੇ ਕੰਸਲਟੈਂਟ ਵੱਲੋਂ, ਬਹੁਤ ਸਾਰੇ ਯੂਨੀਵਰਸਿਟੀਜ਼ ਵੱਲੋਂ, ਬਹੁਤ ਸਾਰੇ ਕਾਲਜ ਵੱਲੋਂ ਆਪਣੀ ਆਪਣੀ ਸਿਆਣਪ, ਆਪਣੇ ਆਪਣੇ ਤਜਰਬੇ ਦੇ ਹਿਸਾਬ ਨਾਲ ਆਪਣੇ ਮਿਥਸ ਬਣਾਏ ਗਏ ਸੀ, ਆਪਣੀ ਆਪਣੀ ਧਾਰਨਾਵਾਂ ਬਣਾਈਆਂ ਗਈਆਂ ਸੀ। ਬਟ ਹੁਣ ਅੰਬੈਸੀ ਨੇ ਕਹਿ ਲਈਏ ਜਾਂ ਆਸਟ੍ਰੇਲੀਆ ਹਾਈ ਕਮਿਸ਼ਨ ਨੇ ਕਹਿ ਲਈਏ, ਕਲੀਅਰ ਕਰਕੇ ਦੇ ਦਿੱਤਾ ਆਪਣੀ ਵੈਬਸਾਈਟ 'ਤੇ ਕਿ GET ਦੇ ਵਿੱਚ ਅਸੀਂ ਕੀ ਚੈੱਕ ਕਰਾਂਗੇ, ਡਾਕੂਮੈਂਟਸ ਕਿਹੜੇ ਲਗਾਉਣੇ ਨੇ। ਜਿਹੜੇ 6-6, 7-7 ਪੇਜਸ ਦੀ SOP ਬਣਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਸੀ ਕਿ ਜਿੰਨੀ ਵੱਡੀ SOP ਹੋਏਗੀ ਉਨੇ ਵੀਜ਼ਾ ਚਾਂਸ ਜ਼ਿਆਦਾ ਹੋਣਗੇ, ਉਹ ਅੱਜ ਸਾਰੇ ਝੂਠੇ ਪਏ ਨੇ ਕਿਉਂਕਿ SOP ਸਿਰਫ ਉਹਨਾਂ ਨੇ 300 ਵਰਡ ਦੀ ਮੰਗ ਲਈ। ਇਸ ਤੋਂ ਲੰਬੀ SOP ਐਕਸੈਪਟ ਹੀ ਨਹੀਂ ਕਰਨੀ। ਅਟੈਚ ਨਾਲ ਕੀ ਕੀ ਕਰਨਾ ਮੈਂ ਪੜ੍ਹ ਕੇ ਸੁਣਾ ਦਿਆਂ, ਨਾਲ ਥੋੜ੍ਹੀ ਜਿਹੀ ਮੈਂ ਤਰਜਮਾਨੀ ਟਰਾਂਸਲੇਟ ਕਰਕੇ ਵੀ ਦੱਸ ਦਾਂਗਾ। ਧਿਆਨ ਨਾਲ ਵੇਖਣਾ ਵੀਡੀਓ ਕਿਉਂਕਿ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੁਸੀਂ ਯੂਨੀਵਰਸਿਟੀ ਪੜ੍ਹਨਾ, ਕਾਲਜ ਪੜ੍ਹਨਾ, ਡਿਪਲੋਮਾ ਕਰਨਾ, ਡਿਗਰੀ ਕਰਨੀ, GET ਦਾ ਪ੍ਰੋਸੈਸ ਆਹੀ ਕਲੀਅਰ ਕਰਨਾ ਪੈਣਾ। ਜਿਹੜੀ ਚੀਜ਼ ਮੈਂ ਬੋਲਣ ਲੱਗਿਆ, ਇਸ ਤੋਂ ਬਿਨਾਂ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਅਸੰਭਵ ਹੈ। ਸੋ ਧਿਆਨ ਨਾਲ ਸੁਣਿਓ ਦੋਸਤੋ, ਕੀ ਚੇਂਜ ਲੈ ਕੇ। ਇੱਕ ਤਾਂ ਪਹਿਲੀ ਗੱਲ, SOP ਬਹੁਤੀ ਵੱਡੀ ਕਰਨ ਦੀ ਲੋੜ ਨਹੀਂ, 6-6, 7-7 ਪੇਜਾਂ ਦੀ ਬਣਾਉਣ ਦੀ ਲੋੜ ਨਹੀਂ। ਤੁਸੀਂ ਕੋਈ ਲੰਬਾ ਕੋਈ ਆਰਟੀਕਲ ਨਹੀਂ ਲਿਖਣਾ, ਕਿਸੇ ਦੇ ਉੱਤੇ ਜੀਵਨੀ ਨਹੀਂ ਲਿਖਣੀ, ਤੁਸੀਂ ਆਪਣੇ ਆਪ ਨੂੰ ਦਰਸਾਉਣਾ। ਉਹਦੇ 'ਚ 300 ਵਰਡ ਤੱਕ ਤੁਸੀਂ ਆਪਣੀ SOP ਖਤਮ ਕਰਨੀ, ਨਾਲ ਅਟੈਚ ਕਰਨੀ। ਉਸ ਤੋਂ ਬਾਅਦ ਹੁਣ ਐਵੀਡੈਂਸ ਕੀ ਕਿਹਾ ਜੀ, ਵਾਟ ਐਵੀਡੈਂਸ ਐਂਡ ਇਨਫੋਰਮੇਸ਼ਨ ਟੂ ਇਨਕਲੂਡ, ਕੀ ਇੱਥੇ ਚੇਂਜਸ ਮੰਗੇ ਉਹਨਾਂ ਨੇ, ਕੀ ਬਦਲਾਵ ਲੈ ਕੇ ਆਇਆ ਆਸਟ੍ਰੇਲੀਆ ਵੀਜ਼ੇ ਦੇਣ ਦੇ ਲਈ, ਕਿਉਂਕਿ ਬਹੁਤ ਸਾਰੀ ਰਿਫਿਊਜ਼ਲ ਦੇਖਣ 'ਚ ਮਿਲੀਆਂ ਬੱਚਿਆਂ ਨੂੰ। ਔਰ ਬਹੁਤ ਸਾਰੇ ਕੰਸਲਟੈਂਟ ਲੌਬੀ ਵੀ ਪਰੇਸ਼ਾਨ ਹੈ ਵੀ ਬੱਚੇ ਦੇ 90% ਨੰਬਰ 7 ਬੈਂਡ ਤਾਂ ਵੀ ਰਿਫਿਊਜ਼ ਕਿਉਂ ਹੋਇਆ। ਅੱਜ ਜਿਹੜੀ ਰਿਫਿਊਜ਼ਲ ਆਈਆਂ ਨੇ ਉਹਦਾ ਕਾਰਨ ਕੀ ਸੀਗਾ, ਉਹ ਪੜ੍ਹ ਕੇ ਸਮਝ ਲੱਗ ਜਾਏਗਾ। ਸੋ ਧਿਆਨ ਨਾਲ ਸੁਣਨਾ। ਉਹਨਾਂ ਕਹਿੰਦੇ ਜੀ ਜਿਹੜੇ ਐਵੀਡੈਂਸ ਸਾਨੂੰ ਚਾਹੀਦੇ ਨੇ, ਕੀ ਉਹ 'ਚ ਤਾਂ ਇੱਕ ਤਾਂ ਤੁਹਾਡੀ ਪ੍ਰੀਵੀਅਸ ਸਟੱਡੀ ਦੀ ਡਿਟੇਲ ਸਾਨੂੰ ਚਾਹੀਦੀ ਹੈ। ਪ੍ਰੀਵੀਅਸ ਸਟੱਡੀ 'ਚ ਤੁਹਾਡੀ ਅਕੈਡਮਿਕ ਟਰਾਂਸਕ੍ਰਿਪਟ, ਜੋ ਤੁਸੀਂ ਇੰਡੀਆ 'ਚ +2 ਕੀਤੀ, ਗ੍ਰੈਜੂਏਸ਼ਨ ਕੀਤੀ ਹੈ, ਉਹ ਤਾਂ ਖੈਰ ਜਨਰਲ ਗੱਲਾਂ ਨੇ। ਪ੍ਰੀਵੀਅਸ ਸਟੱਡੀ ਦੇ ਤੁਹਾਡੇ ਡਾਕੂਮੈਂਟ ਚਾਹੀਦੇ ਨੇ। ਤੁਹਾਡੀ ਪੜ੍ਹਾਈ 'ਚ ਗੈਪ ਹੈ, ਉਹ ਗੈਪ ਦੀ ਜਸਟੀਫਿਕੇਸ਼ਨ ਚਾਹੀਦੀ ਹੈ। ਤੁਸੀਂ ਕੋਈ ਜੌਬ ਕੀਤੀ ਹੈ, ਕਰੰਟ ਇੰਪਲੋਇਮੈਂਟ ਹੈ, ਕਰੰਟ ਇੰਪਲੋਇਮੈਂਟ ਤੁਹਾਡਾ ਕਰੰਟ ਇੰਪਲੋਇਰ ਕੌਣ ਆ, ਕੰਪਨੀ ਦਾ ਨਾਮ, ਐਡਰੈਸ, ਉਹਦਾ ਲੈਟਰ ਹੈਡ, ਤੁਹਾਡੀ ਪੀਰੀਅਡ ਆਫ ਇੰਪਲੋਇਮੈਂਟ ਕਦੋਂ ਤੋਂ ਕਦੋਂ ਤੱਕ ਤੁਸੀਂ ਜੌਬ ਕੀਤੀ ਹੈ, ਡਿਟੇਲ ਤੁਸੀਂ ਕਿਸ ਜੌਬ ਪੋਜੀਸ਼ਨ 'ਤੇ ਕੰਮ ਕੀਤਾ, ਤੁਹਾਡੀ ਜੌਬ ਰਿਸਪੌਂਸਿਬਿਲਟੀਜ਼ ਕੀ ਸੀਗੀਆਂ, ਕੰਟੈਕਟ ਨੰਬਰ, ਈਮੇਲ ID, ਸਾਰਾ ਕੁਝ ਉਹਦਾ ਲੈਟਰ ਹੈਡ 'ਤੇ ਤੁਹਾਡੇ ਇੰਪਲੋਇਰ ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਟਾਈਜ਼ ਟੂ ਹੋਮ ਕੰਟਰੀ ਔਰ ਕੰਟਰੀ ਆਫ ਰੈਜ਼ੀਡੈਂਸ, ਤੁਸੀਂ ਜਿੱਥੋਂ ਅਪਲਾਈ ਕਰ ਰਹੇ ਹੋ, ਇੰਡੀਆ ਤੋਂ ਅਪਲਾਈ ਕਰ ਰਹੇ ਹੋ, ਤੁਹਾਡੇ ਇੰਡੀਆ ਦੇ ਵਿੱਚ ਕਿਹੜੇ ਸੋਸ਼ਲ ਸਰਕਮਸਟਾਂਸਿਸ ਇਹੋ ਜਿਹੇ ਨੇ ਜੋ ਤੁਹਾਨੂੰ ਪੜ੍ਹ ਕੇ ਵਾਪਸ ਆਉਣ ਲਈ ਇਹ ਚੀਜ਼ ਸਾਬਤ ਕਰਨਗੇ। ਯਾਨੀ ਕਿ ਇੱਕ ਵਰਡ ਹੈ ਕਿ ਕਿਹੜੀ ਖਿੱਚ ਕੀ ਇੰਡੀਆ 'ਚ ਕਿ ਤੁਸੀਂ ਪੜ੍ਹ ਕੇ ਵਾਪਸ ਆਓਗੇ, ਕਿਉਂਕਿ ਵਰਡ ਹੈ ਜੈਨੂਅਨ ਟੈਂਪਰੇਰੀ ਐਂਟਰੈਂਟ। ਵਰਡ ਤੋਂ ਸਮਝਣ ਦੀ ਲੋੜ ਹੈ ਕਿ ਜੈਨੂਅਨ ਸਟੂਡੈਂਟ ਜੋ ਟੈਂਪਰੇਰੀ ਤੌਰ 'ਤੇ ਵੀਜ਼ਾ ਲੈ ਕੇ ਚੱਲਿਆ, ਟੈਂਪਰੇਰੀ ਐਂਟਰੀ ਲੈ ਰਿਹਾ। ਕਿਉਂਕਿ ਬੇਸ਼ੱਕ
ਇੱਕ ਸਟੂਡੈਂਟ ਉੱਥੇ ਪੜ੍ਹਾਈ ਕਰਕੇ ਆਪਦੇ ਜੌਬ ਤੇ ਵਰਕ ਐਕਸਪੀਰੀਅੰਸ ਪੂਰੇ ਕਰਕੇ ਪੁਆਇੰਟਸ ਪੂਰੇ ਕਰਕੇ ਪੀਆਰ ਲੈਣ ਦਾ ਹੱਕਦਾਰ ਹੈ। ਬਟ ਇੱਥੋਂ ਸਟੂਡੈਂਟ ਦੀ ਇੰਟੈਂਸ਼ਨ ਇਹ ਨਹੀਂ ਹੋਣੀ ਚਾਹੀਦੀ ਕਿ ਮੈਂ ਆਸਟ੍ਰੇਲੀਆ ਪੀਆਰ ਲੈਣੀ ਹੈ। ਇੱਥੋਂ ਸਟੂਡੈਂਟ ਦੀ ਇੰਟੈਂਸ਼ਨ ਸ਼ੁੱਡ ਬੀ ਦੈਟ ਆਈ ਐਮ ਗੋਇੰਗ ਫॉर ਸਟੱਡੀ ਫॉर ਦਿਸ ਡਿਪਲੋਮਾ ਔਰ ਡਿਗਰੀ ਦਿਸ ਕੋਰਸ। ਇਹ ਪੜ੍ਹ ਕੇ ਮੈਂ ਇੰਡੀਆ 'ਚ ਵਾਪਸ ਜਾਂ ਇੰਡੀਆ ਤੋਂ ਇਲਾਵਾ ਹੋਰਨਾਂ ਮੁਲਕਾਂ 'ਚ ਆਪਣੀ ਪੜ੍ਹਾਈ ਨੂੰ ਯੂਟੀਲਾਈਜ਼ ਕਿਵੇਂ ਕਰਾਂਗਾ। ਜ਼ਰੂਰੀ ਨਹੀਂ ਗਾ ਕਿ ਤੁਸੀਂ ਆਸਟ੍ਰੇਲੀਆ ਡਿਗਰੀ ਕਰਕੇ ਵਾਪਸ ਇੰਡੀਆ ਆ ਕੇ ਜੌਬ ਕਰਨੀ ਹੈ। ਤੁਸੀਂ ਆਸਟ੍ਰੇਲੀਅਨ ਐਜੂਕੇਸ਼ਨ ਲੈ ਕੇ ਤੁਸੀਂ ਅਮਰੀਕਾ ਕਿਸੇ ਵਧੀਆ ਕੰਪਨੀ ਜੌਬ ਕਰ ਸਕਦੇ ਹੋ, ਤੁਸੀਂ ਕੈਨੇਡਾ ਕਿਸੇ ਵਧੀਆ ਕੰਪਨੀ ਜੌਬ ਕਰ ਸਕਦੇ ਹੋ, ਤੁਸੀਂ ਸਿੰਗਾਪੁਰ ਦੁਬਈ ਕਿਸੇ ਮੁਲਕਾਂ ਜੌਬ ਕਰ ਸਕਦੇ ਹੋ। ਸੋ ਤੁਸੀਂ ਉਹ ਇੰਟੈਂਸ਼ਨ ਆਪਣੀ ਕਲੀਅਰ ਦਿਖਾਉਣੀ ਹੈ, ਤੁਹਾਡੀ ਖਿੱਚ ਕੀ ਹੈ। ਇਕਨੋਮਿਕ ਸਿਚੁਏਸ਼ਨ ਇਨ ਹੋਮ ਕੰਟਰੀ ਔਰ ਕੰਟਰੀ ਆਫ ਰੈਜ਼ੀਡੈਂਸ, ਤੁਹਾਡੇ ਇੰਡੀਆ ਦੇ ਆਰਥਿਕ ਹਾਲਾਤ ਕੀ ਹੈ। ਪਿਛਲਾ ਹੋਮ ਕੰਟਰੀ ਦੇ ਜਿਹੜੇ ਰੈਜ਼ੀਡੈਂਸ 28 ਸੀਗੇ, ਜਾਣੀ ਕਿ ਸੋਸ਼ਲ ਸਮਾਜਿਕ ਤੌਰ 'ਤੇ ਤੁਹਾਡਾ ਰੁਤਬਾ ਕੀ ਹੈ, ਪਲੱਸ ਇਕਨੋਮਿਕ ਤੁਹਾਡੇ ਆਰਥਿਕ ਹਾਲਾਤ ਤੁਹਾਡੇ ਇੰਡੀਆ 'ਚ ਕੀ ਹੈ, ਜਾਣੀ ਕਿ ਤੁਹਾਡੇ ਪੇਰੈਂਟਸ ਦੀ ਆਮਦਨ ਕਿੰਨੀ ਹੈ, ਤੁਹਾਡੇ ਪੇਰੈਂਟਸ ਤੁਹਾਡੇ ਪਰਿਵਾਰ ਵਿੱਚ ਤੁਹਾਡੀ ਪੜ੍ਹਾਈ ਨੂੰ ਸਪੋਂਸਰ ਕੌਣ ਕਰ ਰਿਹਾ। ਹੁਣ ਆਮ ਤੌਰ 'ਤੇ ਇੰਡੀਆ 'ਚ ਵੇਖਿਆ ਜਾਵੇ ਤਾਂ 3 ਲੱਖ ਤੱਕ ਅਸੀਂ ਰਿਟਰਨ ਫਾਈਲ ਕਰਦੇ ਹਾਂ, ਕਿਉਂਕਿ 3 ਲੱਖ ਤੋਂ ਉੱਪਰ ਟੈਕਸ ਪੈਂਦਾ। ਸੋ 3 ਲੱਖ ਦੀ ਰਿਟਰਨ ਤੁਸੀਂ ਫਾਦਰ ਦੀ ਭਰਵਾਤੀ, 3 ਲੱਖ ਦੀ ਤੁਸੀਂ ਮਦਰ ਦੀ ਭਰਾਤੀ, 6 ਲੱਖ ਤੁਹਾਡੀ ਆਮਦਨ ਹੈ। ਤੁਹਾਡੀ ਸਾਲ ਦੀ ਫੀਸ 15 ਲੱਖ ਰੁਪਇਆ ਹੈ। ਕਿਵੇਂ ਉਸ ਚੀਜ਼ 'ਤੇ ਇਹ ਵਿਸ਼ਵਾਸ ਆਵੇ ਕਿ ਜਿਹੜੇ ਮਾਂ ਪਿਓ 6 ਲੱਖ ਰੁਪਇਆ ਸਾਲਾਨਾ ਕਮਾਉਂਦੇ ਨੇ, ਉਹ 15 ਲੱਖ ਰੁਪਏ ਆਪਣੇ ਬੱਚੇ ਦੀ ਸਾਲ ਦੀ ਫੀਸ ਕਿਵੇਂ ਭਰਨਗੇ। ਤੇ ਜੇ ਚੱਕ ਥੱਲ ਕੇ ਕੋਈ 15 ਲੱਖ ਫੀਸ ਭਰ ਵੀ ਦੇਣਗੇ, ਉਹ ਤੇ ਬਾਕੀ ਦੇ ਪਰਿਵਾਰਕ ਮੈਂਬਰ ਰੋਟੀ ਕਿੱਥੋਂ ਖਾਣਗੇ। ਇੱਕ ਲੜਕਾ ਜਾਂ ਇੱਕ ਲੜਕੀ ਬਾਹਰ ਆਸਟ੍ਰੇਲੀਆ ਪੜ੍ਹਨ ਭੇਜ ਦਿੱਤਾ ਮਾਂ ਪਿਓ ਨੇ, ਜਿਹੜੇ ਬਾਕੀ ਦੇ ਬੱਚੇ ਨੇ ਛੋਟੇ ਹੋਰ ਉਹਦੇ ਭੈਣ ਭਰਾ ਵੀ ਹੋਣਗੇ ਜਾਂ ਉਹਨਾਂ ਦੇ ਆਪਣੇ ਮਾਂ ਪਿਓ ਵੀ ਹੋਣਗੇ, ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਰੋਟੀ ਕੌਣ ਖਵਾਏਗਾ ਅਗਰ ਅਸੀਂ 6 ਲੱਖ ਕਮਾਈ ਕਰਕੇ ਸਾਲ ਦੀ 15 ਲੱਖ ਬੱਚੇ ਦੀ ਫੀਸ ਭਰਦੇ ਹਾਂ। ਸੋ ਆਰਥਿਕ ਹਾਲਾਤ ਦਿਖਾਉਣੇ ਜ਼ਰੂਰੀ ਹੈ। ਹਾਊ ਟੂ ਅਸੈਸ GT, ਹੁਣ ਆ ਗਿਆ ਪ੍ਰੋਸੈਸ ਕਿ GT ਪ੍ਰੋਸੈਸ ਵਿੱਚ ਕਿੰਨਾ ਗੱਲਾਂ ਦਾ ਖਿਆਲ ਰੱਖਾਂਗੇ। ਇੱਕ ਤਾਂ ਕਿਹੜੀ ਸਿਚੁਏਸ਼ਨ ਇਨ ਯੂਰ ਹੋਮ ਕੰਟਰੀ, ਤੁਹਾਡੀ ਇੰਡੀਆ ਦੇ ਵਿੱਚ ਸਿਚੁਏਸ਼ਨ ਕੀ ਹੈ, ਤੁਹਾਡੇ ਆਰਥਿਕ ਸਮਾਜਿਕ ਔਰ ਤੁਹਾਡੇ ਫੈਮਿਲੀ ਸਟਾਈਜ਼ ਕੀ ਨੇ, ਇਹ ਦੱਸਣ ਦੀ ਲੋੜ ਹੈ ਤੁਹਾਨੂੰ। ਪੋਟੈਂਸ਼ੀਅਲ ਸਿਚੁਏਸ਼ਨ ਇਨ ਆਸਟ੍ਰੇਲੀਆ, ਵੈਲਿਊ ਆਫ ਦਾ ਕੋਰਸ ਆਫ ਯੂਰ ਫਿਊਚਰ, ਜੋ ਪੜ੍ਹਾਈ ਕਰਨ ਚੱਲੇ ਹੋ ਉਹਦੀ ਫਿਊਚਰ 'ਚ ਤੁਹਾਨੂੰ ਕੀ ਵੈਲਿਊ ਮਿਲੇਗੀ। ਅੱਜ ਤੁਸੀਂ ਡਿਗਰੀ ਲਈ 3 ਸਾਲ ਦੀ ਆਸਟ੍ਰੇਲੀਆ 'ਚ, ਸਾਲ ਦੀ 15 ਲੱਖ ਰੁਪਏ ਫੀਸ ਹੈ, ਐਗਜ਼ਾਮਪਲ ਦੇ ਰਿਹਾ। 3 ਸਾਲ 'ਚ ਤੁਸੀਂ 45 ਲੱਖ ਰੁਪਏ ਫੀਸ ਪੇ ਕੀਤੀ, ਤੁਸੀਂ 45 ਲੱਖ ਰੁਪੀਜ਼ ਆਪਦੀ ਮਾਂ ਪਿਓ ਦੀ ਕਮਾਈ 3 ਸਾਲ ਦੀ ਆਸਟ੍ਰੇਲੀਆ 'ਚ ਭਰੀ ਹੈ, ਉਹ 45 ਲੱਖ ਦੀ ਤੁਹਾਨੂੰ ਫਿਊਚਰ 'ਚ ਵੈਲਿਊ ਕੀ ਮਿਲੇਗੀ। ਇਹ ਸਭ ਚੀਜ਼ਾਂ SOP 'ਚ ਮੈਂਸ਼ਨ ਕਰਨ ਦੀ ਲੋੜ ਹੈ। ਯੂਰ ਇਮੀਗ੍ਰੇਸ਼ਨ ਹਿਸਟਰੀ, ਮੋਸਟ ਇੰਪੋਰਟੈਂਟ ਪਾਰਟ, ਤੁਸੀਂ ਪ੍ਰੀਵੀਅਸਲੀ ਆਸਟ੍ਰੇਲੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਰਿਫਿਊਜ਼ਲ ਤਾਂ ਨਹੀਂ। ਬਹੁਤ ਸਾਰੇ ਕੰਸਲਟੈਂਟ ਇਹ ਚੀਜ਼ ਹਾਈਡ ਕਰਨ ਦੀ ਸਲਾਹ ਦਿੰਦੇ ਨੇ ਕਿ ਤੁਸੀਂ ਪੁਰਾਣੀ ਰਿਫਿਊਜ਼ਲ ਹਾਈਡ ਕਰ ਦਿਓ, ਪਰ ਕਿਤੇ ਨਾ ਕਿਤੇ ਪਾਸੇ ਬਾਅਦ 'ਚ ਐਮਬੈਸੀ ਨੂੰ ਪਤਾ ਲੱਗਦਾ, ਫਿਰ ਬੱਚੇ ਦਾ ਵੀਜ਼ਾ ਰਿਫਿਊਜ਼ ਹੁੰਦਾ, ਨਾਲ ਦੀ ਨਾਲ ਬੈਨ ਵੀ ਬੰਦੇ ਨੂੰ 5 ਤੋਂ 10 ਸਾਲ ਦਾ ਲੱਗਦਾ। ਸੋ ਆਹ ਸਭ ਗੱਲਾਂ ਕਲੀਅਰ ਕੀਤੀਆਂ ਨੇ। ਇਹ ਲਿੰਕ ਮੈਂ ਨਾਲ ਵੀਡੀਓ ਦੇ ਥੱਲੇ ਸ਼ੇਅਰ ਕਰ ਦਾਂਗਾ। ਸੋ ਜਿਹੜਾ ਵੀ ਸਟੂਡੈਂਟ ਡਿਟੇਲ ਦੇ ਵਿੱਚ ਸਾਰੀ ਪੁਆਇੰਟਸ ਨੂੰ ਪੁਆਇੰਟਸ ਨੂੰ ਪੜ੍ਹਨਾ ਚਾਹੁੰਦਾ, ਉਹ ਡਿਟੇਲ ਸਾਰੇ ਪੁਆਇੰਟਸ ਨੂੰ ਪੜ੍ਹ ਸਕਦਾ। ਮੋਟੀ ਗੱਲ ਜੋ ਸਾਰੇ ਪੁਆਇੰਟਸ ਨੂੰ ਪੜ੍ਹ ਕੇ ਸਮਝ ਆਉਂਦੀ ਹੈ ਉਹ ਇਹ ਹੈ ਕਿ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਬੱਚਿਆਂ ਨੂੰ ਜਾਂ ਕੰਸਲਟੈਂਟ ਨੂੰ ਇੱਕ ਮੂਹਰੇ ਫਾਰਮੈਟ ਬਣਾ ਕੇ ਦੇ ਦਿੱਤਾ ਕਿ GT ਨੂੰ ਕਲੀਅਰ ਕਰਨੀ ਕਿੰਨਾ ਗੱਲਾਂ ਦਾ ਖਿਆਲ ਰੱਖਣਾ। SOP 8-10 ਪੇਜਾਂ ਦੀ ਬਣਾਉਣ ਦੀ ਕੋਈ ਲੋੜ ਨਹੀਂ। ਆਪਦੇ ਬਾਰੇ ਦੱਸੋ, ਆਪਦੀ ਇੰਡੀਆ 'ਚ ਪੜ੍ਹੀ ਹੋਈ ਕੁਆਲੀਫਿਕੇਸ਼ਨ ਬਾਰੇ ਦੱਸੋ, ਤੁਸੀਂ ਜਿਹੜਾ ਆਸਟ੍ਰੇਲੀਆ 'ਚ ਕੋਰਸ ਲੈ ਕੇ ਚੱਲੇ ਹੋ ਉਹਦੇ ਬਾਰੇ, ਇਕੱਲੇ ਕੋਰਸ ਬਾਰੇ ਨਹੀਂ, ਕੋਰਸ ਦੀ ਰਿਸਰਚ, ਉਹਦੇ ਕੰਟੈਂਟਸ ਬਾਰੇ ਦੱਸੋ। ਤੁਸੀਂ 2 ਸਾਲ ਦੀ ਮਾਸਟਰਸ ਕਰਨੀ ਜਾਂ 3 ਸਾਲ ਦੀ ਬੈਚਲਰਸ ਪੜ੍ਹਨੀ ਹੈ, ਉਸ ਕੋਰਸ ਦੇ ਕੰਟੈਂਟਸ ਬਾਰੇ ਦੱਸੋ। ਉਹ ਕੋਰਸ ਦੀ 3 ਸਾਲ ਦੀ ਫੀਸ ਤੁਸੀਂ ਖਰਚ ਕੇ ਉਹਦੀ ਫਿਊਚਰ 'ਚ ਉਸ ਪੜ੍ਹਾਈ ਦੀ ਤੁਹਾਨੂੰ ਵੈਲਿਊ ਕੀ ਦਿਖ ਰਹੀ ਹੈ, ਤੁਹਾਨੂੰ ਆਊਟਪੁੱਟ ਕੀ ਮਿਲੇਗੀ। ਅੱਜ ਇੱਕ ਕਾਰੋਬਾਰੀ ਬੰਦਾ ਬਿਜ਼ਨਸ ਕਰਦਾ, ਅਗਰ ਉਹ 100 ਰੁਪਈਆ ਲਗਾਉਂਦਾ ਤਾਂ ਵਿੱਚੋਂ 120 ਰੁਪਈਏ ਜਾਂ 150 ਰੁਪਏ ਕਮਾਉਣ ਦੀ ਉਮੀਦ ਰੱਖਦਾ ਕਿ ਮੈਂ 20 ਤੋਂ 30 40 50% ਪ੍ਰੋਫਿਟ ਕਮਾਵਾਂ। ਸੋ ਅੱਜ ਤੁਸੀਂ ਵੀ ਆਪਣੇ ਫਿਊਚਰ 'ਚ ਆਪਣਾ ਪੈਸਾ ਇਨਵੈਸਟ ਕਰ ਰਹੇ ਹੋ, ਆਪਣਾ ਫਿਊਚਰ, ਆਪਣਾ 3 ਸਾਲ ਦਾ ਸਮਾਂ ਇਨਵੈਸਟ ਕਰ ਰਹੇ ਹੋ, ਤੁਹਾਨੂੰ ਫਿਊਚਰ 'ਚ ਉਸ ਪੜ੍ਹਾਈ ਦੇ ਕੀ ਬੈਨੀਫਿਟਸ ਮਿਲਣਗੇ। ਤੁਹਾਡੀ ਇੰਡੀਆ ਵਿੱਚ ਆਰਥਿਕ ਹਾਲਾਤ ਕੀ ਨੇ, ਤੁਹਾਡੇ ਪੇਰੈਂਟਸ ਦੀ ਆਮਦਨ ਕਿੰਨੀ ਹੈ, ਤੁਹਾਡੇ ਫੰਡਸ ਇੰਨੇ ਅਲਾਓ ਕਰਦੇ ਨੇ ਤੁਹਾਨੂੰ ਕਿ ਤੁਸੀਂ ਆਸਟ੍ਰੇਲੀਆ ਪੜ੍ਹ ਸਕੋ। ਹੁਣ ਪੰਜਾਬ ਵਿੱਚ ਸਮੱਸਿਆ ਕੀ ਹੈ, सर हमारे पास तो 30 लाख रुपए नहीं है, आप शो करवा देंगे। इन्ना गल्लां करके एजेंट मुड़ के 4 तो 5% टीका लाउंदा, 2-2.5 लाख रुपया ਵਿਆਜ ਚਾਰਜ ਕਰਦਾ, ਮੁੜ ਕੇ ਜਦੋਂ ਬੱਚੇ ਦਾ ਵੀਜ਼ਾ ਰਿਫਿਊਜ਼ ਹੁੰਦਾ ਬੱਚਾ ਫਿਰ ਕਲੇਸ਼ ਕਰਦਾ। ਸੋ ਇਸ ਕਰਕੇ ਸਾਡੇ ਵੱਲੋਂ ਕੋਰੀ ਨਾ ਹੈ ਆਸਟ੍ਰੇਲੀਆ 'ਚ ਤਾਂ ਹੀ ਬੱਚਾ ਅਪਲਾਈ ਕਰੇ ਅਗਰ ਤੁਹਾਡੇ ਕੋਲ ਪੇਰੈਂਟਸ ਕੋਲ ਫੰਡਸ ਪਏ ਨੇ। ਯੈਸ, ਫੰਡਸ 3 ਮਹੀਨੇ ਪੁਰਾਣਾ ਯੂਨੀਵਰਸਿਟੀਜ਼ ਮੰਗਦੀਆਂ ਨੇ, ਅੰਬੈਸੀ ਨਹੀਂ ਮੰਗਦੀ। ਯੂਨੀਵਰਸਿਟੀਜ਼ ਕਈ ਇਹੋ ਜਿਹੀਆਂ ਜੋ 1 ਮਹੀਨਾ ਪੁਰਾਣੇ ਫੰਡ ਮੰਗਦੀਆਂ ਨੇ। ਸੋ ਤੁਹਾਡੇ ਕੋਲ ਕਰੰਟ ਪੈਸੇ ਪਏ ਨੇ, ਤੁਹਾਡੇ ਕੋਲ ਉਹਦਾ ਸਬੂਤ ਹੋਣਾ ਜ਼ਰੂਰੀ ਹੈ। ਤੁਸੀਂ ਕੋਈ ਪ੍ਰੋਪਰਟੀ ਵੇਚੀ ਹੈ, ਤੁਹਾਡੀ ਕੋਈ ਇੰਸ਼ੋਰੈਂਸ ਮੈਚਿਓਰ ਹੋਈ ਹੈ, ਤੁਹਾਡੇ ਪੇਰੈਂਟਸ ਰਿਟਾਇਰਮੈਂਟ ਤੋਂ ਕੋਈ ਪੈਸਾ ਲੈ ਕੇ ਆਏ ਨੇ ਜਾਂ ਕੋਈ ਉਹਨਾਂ ਨੇ ਪ੍ਰੋਵੀਡੈਂਟ ਫੰਡ ਵਗੈਰਾ ਕਢਵਾਇਆ, ਸੋ ਕੋਈ ਵੀ ਤੁਹਾਡੇ ਕੋਲ ਸਬੂਤ ਹੋਣੇ ਜ਼ਰੂਰੀ ਹੈ। ਇਹਨਾਂ ਸਭ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਪਲੱਸ ਆਪਣੀ ਨਾਲ ਇਮੀਗ੍ਰੇਸ਼ਨ ਹਿਸਟਰੀ ਦੱਸਣੀ ਜ਼ਰੂਰੀ ਹੈ। ਤੁਸੀਂ ਇੰਡੀਆ ਤੋਂ ਇਲਾਵਾ ਕਿਹੜੇ ਕੰਟਰੀ ਟਰੈਵਲ ਕੀਤਾ, ਕਿੱਥੇ ਪਹਿਲਾਂ ਰਿਫਿਊਜ਼ ਹੋਏ,
ਸਾਰੀਆਂ ਡਿਟੇਲ ਨੂੰ ਜੀਟੀ ਵਿੱਚ ਚੰਗੀ ਤਰ੍ਹਾਂ ਦੇਖਿਆ ਜਾਏਗਾ। ਆਉਂਦੇ ਦਿਨਾਂ 'ਚ ਉਮੀਦ ਕੀਤੀ ਜਾ ਰਹੀ ਅਗਰ ਜੋ ਜੀਟੀ ਦਾ ਫਾਰਮੈਟ ਐਮਬੈਸੀ ਵੱਲੋਂ ਬਣਾਇਆ ਗਿਆ ਅਗਰ ਉਹਨੂੰ ਫੋਲੋ ਕਰਦੇ ਆ ਤਾਂ ਵੀਜ਼ੇ ਵੱਧ ਵੇਖਣ 'ਚ ਮਿਲਣਗੇ, ਵੀਜ਼ਾ ਸਕਸੈਸ ਵਧੇਗਾ। ਉਮੀਦ ਕਰਦਾ ਜੀਟੀ ਨੂੰ ਲੈ ਕੇ ਕਾਫੀ ਕਨਫਿਊਜ਼ਨ ਤੁਹਾਡੀਆਂ ਦੂਰ ਹੋਈਆਂ ਹੋਣਗੀਆਂ। ਅਗਲੀ ਵੀਡੀਓ ਲੈ ਕੇ ਫਿਰ ਨਵੇਂ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਊਗਾ। ਤਦ ਤੱਕ ਜਿਉਂਦੇ ਵਸਦੇ ਰਹੋ, ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ।